बिस्मिल्लाहिर्रहमानिर्रहीम अस्सलाम वालेकुम। खुश रहो आबाद रहो जिथे भी रहो हसते ते बसते रहो। ਅਸੀਂ ਤੁਹਾਡਾ ਵੈਲਕਮ ਕਰਦੇ ਹਾਂ ਪੰਜਾਬ ਦੇ ਦੇਸੀ ਜ਼ਾਇਕੇ ਵਿੱਚ। ਅੱਜ ਅਸੀਂ ਜਿਹੜੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਹੈ ਬੇਸਨ ਦੀ ਬਰਫੀ, ਜੋ ਕਿ ਅਸੀਂ ਬਣਾਵਾਂਗੇ ਬਿਲਕੁਲ ਹੀ ਕਮਰਸ਼ੀਅਲ ਤਰੀਕੇ ਦੇ ਨਾਲ, ਜਿਸ ਤਰ੍ਹਾਂ ਦੀ ਕਮਰਸ਼ੀਅਲ ਲੈਵਲ ਤੇ ਤਿਆਰ ਕੀਤੀ ਜਾਂਦੀ ਹੈ। ਅਸੀਂ ਵੀ ਸੇਮ ਤੁਹਾਨੂੰ ਉਹੀ ਬੇਸਨ ਦੀ ਬਰਫੀ ਤਿਆਰ ਕਰਕੇ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੇ ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਕਿ ਬੇਸਨ ਦੀ ਬਰਫੀ ਵਾਸਤੇ ਇਸਤੇਮਾਲ ਕੀਤੀਆਂ ਜਾਂਦੀਆਂ ਨੇ, ਜੋ ਕਿ ਹਲਵਾਈ ਇਸਤੇਮਾਲ ਕਰਦੇ ਨੇ। ਅਸੀਂ ਉਹ ਸਾਰੀ ਟਿਪਸ ਤੇ ਟ੍ਰਿਕਸ ਤੁਹਾਡੇ ਨਾਲ ਸ਼ੇਅਰ ਕਰਾਂਗੇ। ਚਲੋ ਤੋਂ ਵੜਦੇ ਹਾਂ ਅੱਜ ਦੀ ਰੈਸਪੀ ਦੀ ਤਰਫ। ਹੁਣ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਬੇਸਨ ਦੀ ਬਰਫੀ ਵਾਸਤੇ। ਇਸ ਵਾਸਤੇ ਅਸੀਂ ਲਿਆ ਹੈ 250 ਗ੍ਰਾਮ ਬੇਸਨ, 100 ਗ੍ਰਾਮ ਮੈਦਾ ਤੇ 300 ਗ੍ਰਾਮ ਅਸੀਂ ਚੀਨੀ ਲਈ ਹੈ ਤੇ ਨਾਲ ਹੀ ਅਸੀਂ ਜ਼ਾਇਕੇ ਦੀ ਖੁਸ਼ਬੂ ਵਾਸਤੇ ਇੱਥੇ ਛੋਟੀ ਇਲਾਚੀ ਦਾ ਇਸਤੇਮਾਲ ਕਰਾਂਗੇ। बेसन की बर्फी बनाने वास्ते ਅਸੀਂ इस्तेमाल करांगे देसी घी ਦਾ। देसी घी लिया ਸੀ एक प्याली भर के। ਹੁਣ ਇਹਦੇ ਵਿੱਚ ਅਸੀਂ ਐਡ ਕਰ ਦੇंगे 250 ਗ੍ਰਾਮ बेसन, ਨਾਲ ਹੀ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ 100 ਗ੍ਰਾਮ ਮੈਦਾ। ਮੈਦਾ ਐਡ ਕਰਨ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਅਸੀਂ ਜ਼ਿਆਦਾ ਘੀ ਨੂੰ ਗਰਮ ਨਹੀਂ ਕੀਤਾ, ਹਲਕੀ ਆਂਚ, ਬਿਲਕੁਲ ਹੀ ਜਿਸ ਤਰ੍ਹਾਂ ਅਸੀਂ ਚਾਵਲਾਂ ਨੂੰ ਦਮ ਦਿੰਦੇ ਆ ਉਸ ਤਰ੍ਹਾਂ ਦੀ ਸਾਨੂੰ ਇਹਦੇ ਨੀਚੇ ਆਂਚ ਚਾਹੀਦੀ ਹੈ। ਤੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਿਆ ਵਾ ਤੇ ਅਸੀਂ ਹੁਣ ਬੇਸਨ ਨੂੰ ਇੰਨਾ ਭੁੰਨਣਾ ਵਾ ਬਿਲਕੁਲ ਹੀ ਲੋ ਆਂਚ ਤੇ ਜਿਹੜਾ ਸਾਡਾ ਬੇਸਨ ਆ ਉਹ ਅੱਛੀ ਤਰ੍ਹਾਂ ਭੁੰਨ ਹੋ ਜਾਵੇ। ਤੇ ਅਸੀਂ ਚਮਚ ਨੂੰ ਇਹਦੇ ਵਿੱਚ ਹਿਲਾਉਂਦੇ ਰਵਾਂਗੇ ਤਾਂ ਕਿ ਜਿਹੜਾ ਸਾਡਾ ਬੇਸਨ ਹੈ ਉਹ ਸਾਈਡਾਂ ਤੋਂ ਨਾ ਜਲੇ। ਤੇ ਫਲੇਮ ਨੂੰ ਅਸੀਂ ਬਿਲਕੁਲ ਹੀ ਲੋ ਰੱਖਣਾ ਵਾ ਤੇ ਇਹ ਸਬਰ ਦਾ ਕੰਮ ਹੈ। ਤੇ ਇਹਨੂੰ ਅਸੀਂ ਹੁਣ ਭੁੰਨ ਲਿਆ ਅੱਛੀ ਤਰ੍ਹਾਂ। ਤੇ ਤੁਸੀਂ ਦੇਖ ਸਕਦੇ ਹਾਂ ਅਸੀਂ ਇਹ ਪਾਣੀ ਦਾ ਛਿੱਟਾ ਮਾਰ ਕੇ ਦੇਖਿਆ, ਜਦੋਂ ਪਾਣੀ ਦਾ ਛਿੱਟਾ ਮਾਰ ਕੇ ਜਦੋਂ ਵਿੱਚੋਂ ਆਵਾਜ਼ ਆਉਣ ਲੱਗ ਪਈ ਤੇ ਸਮਝੋ ਤੁਹਾਡਾ ਬੇਸਨ ਭੁੰਨ ਹੋ ਗਿਆ। ਸਾਡਾ ਬੇਸਨ ਭੁੰਨ ਹੋ ਗਿਆ ਤੇ ਹੁਣ ਅਸੀਂ ਫਲੇਮ ਨੀਚੇ ਬੰਦ ਕਰ ਦਿੱਤਾ। ਤੇ ਹੁਣ ਅਸੀਂ ਲਿਆਏ ਔਰੇਂਜ ਕਲਰ, ਜ਼ਰਦਾ ਕਲਰ। ਅਸੀਂ ਇਹਨੂੰ ਪਾਣੀ 'ਚ ਘੋਲ ਲਿਆ ਸੀਗਾ ਅੱਧਾ ਚਮਚ ਲੈ ਕੇ। ਹੁਣ ਉਹਦੇ 'ਚ ਅਸੀਂ ਆਹਿਸਤਾ ਆਹਿਸਤਾ ਐਡ ਕਰਦੇ ਜਾਵਾਂਗੇ ਤੇ ਚਮਚ ਨੂੰ ਹਿਲਾਉਂਦੇ ਜਾਵਾਂਗੇ। अगर तुसी बेसन का असल रंग रखना चाहते हो तो कोई जरूरत नहीं। तो सानू थोड़ा जिहा गहरा रंग चाहिए सी, इस वजह असीं विच ऑरेंज कलर ऐड किया। हुण इहनूं असीं चंगी तरह मिक्स कर देंगे। कलर नूं असीं चंगी तरह मिक्स कर दिता वा ते जिहड़ा बेसन असीं भुन्निआ उहनूं ठंडा होण वास्ते एक साइड ते रख देंगे। बेसन नूं ज़्यादा असीं ठंडा नहीं करना। ਤੇ ਹੁਣ ਅਸੀਂ ਬਣਾਵਾਂਗੇ ਚਾਸ਼ਨੀ ਬੇਸਨ ਦੀ ਬਰਫੀ ਵਾਸਤੇ, ਜਿਹੜਾ ਕਿ ਸਭ ਤੋਂ ਜ਼ਰੂਰੀ ਹੈ। ਨਾਲੇ ਇਸ ਵਾਸਤੇ ਅਸੀਂ ਅੱਧਾ ਕੱਪ ਪਾਣੀ ਦਾ ਲਿਆ ਹੈ, ਵਿੱਚ ਅਸੀਂ ਐਡ ਕਰਾਂਗੇ 300 ਗ੍ਰਾਮ ਚੀਨੀ, ਇਲਾਇਚੀ ਤੇ ਅਸੀਂ ਨੀਚੇ ਫਲੇਮ ਕਰ ਦਾਂਗੇ ਬਿਲਕੁਲ ਹੀ ਲੋ। ਪਾਣੀ ਸਾਡਾ ਜਿਹੜਾ ਹੈ ਇੱਥੇ ਪੱਕਣਾ ਸ਼ੁਰੂ ਹੋ ਚੁੱਕਿਆ ਹੈ ਤੇ ਅਸੀਂ ਚਾਸ਼ਨੀ ਜਿਹੜੀ ਬਣਾਉਣੀ ਹੈ ਉਹ ਜ਼ਿਆਦਾ ਜਿਹੜੀ ਚਾਸ਼ਨੀ ਉਹ ਗਾੜੀ ਨਹੀਂ ਬਣਾਉਣੀ। ਅਸੀਂ ਚਾਸ਼ਨੀ ਬਿਲਕੁਲ ਹੀ ਰੱਖਣੀ ਹੈ ਇੱਕ ਤਾਰ ਵਾਲੀ। ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀ ਸਾਡੀ ਆਂਚ ਹੈ ਬਿਲਕੁਲ ਹੀ ਲੋ ਟੂ ਮੀਡੀਅਮ ਹੈ ਤੇ ਸਾਡੀ ਜਿਹੜੀ ਚਾਸ਼ਨੀ ਉਹ ਬਣ ਚੁੱਕੀ ਹੈ। ਤੇ ਇੱਥੇ ਹੁਣ ਜਿਹੜਾ ਉਬਾਲ ਆ ਰਿਹਾ ਸੀ ਇਹਨੂੰ ਹੁਣ ਠੰਡਾ ਕਰ ਲਿਆ ਤੇ ਅਸੀਂ ਗਰਮ ਗਰਮ ਜ਼ਿਆਦਾ ਐਡ ਨਹੀਂ ਕਰਨਾ। ਸਾਡਾ ਜਿਹੜਾ ਚਾਸ਼ਨੀ ਉਹ ਹਲਕੀ ਗਰਮ ਹੋਣੀ ਚਾਹੀਦੀ ਹੈ ਤੇ ਫਲੇਮ ਵੀ ਅਸੀਂ ਬੰਦ ਕਰ ਦਿੱਤਾ ਸੀ। ਹੁਣ ਅਸੀਂ ਇਹਦੀ ਚਾਸ਼ਨੀ ਐਡ ਕਰ ਦੇਵਾਂਗੇ ਬੇਸਨ ਜਿਹੜਾ ਅਸੀਂ ਭੁੰਨਿਆ ਸੀ ਉਹਦੇ ਵਿੱਚ। ਤੇ ਤੁਸੀਂ ਥੋੜਾ ਥੋੜਾ ਕਰਕੇ ਚਾਸ਼ਨੀ ਨੂੰ ਐਡ ਕਰਨਾ ਹੈ ਤੇ ਤੁਸੀਂ ਦੇਖ ਸਕਦੇ ਹੋ ਅਸੀਂ ਕਿੱਦਾਂ ਚਮਚ ਨੂੰ ਹਿਲਾ ਰਹੇ ਹਾਂ। ਅਸੀਂ ਹੁਣ ਚਾਸ਼ਨੀ ਨੂੰ ਬੇਸਨ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ। ਇਸ ਟਾਈਮ ਤੇ ਜਿਹੜੀ ਚਾਸ਼ਨੀ ਹੈ ਉਹ ਮਿਕਸ ਚੰਗੀ ਤਰ੍ਹਾਂ ਸਾਡੀ ਬੇਸਨ 'ਚ ਹੋ ਚੁੱਕੀ ਹੈ। ਤੁਸੀਂ ਵੇਖ ਸਕਦੇ ਹੋ ਜਿਹੜਾ ਬੇਸਨ ਹੈ ਸਖਤ ਹੋਣਾ ਸ਼ੁਰੂ ਹੋ ਗਿਆ ਹੈ। ਅਸੀਂ ਇੱਕ ਚਮਚ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਜਿਹੜਾ ਇਹ ਮਿਕਸ ਕਰਨਾ ਹੈ ਤੇ ਜਿਹੜਾ ਸਾਡਾ ਬੇਸਨ ਹੈ ਉਹ ਰੈਡੀ ਨਹੀਂ ਹੋਇਆ। ਤੇ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਬੇਸਨ ਉਹਨੇ ਕੜਾਹੀ ਨੂੰ ਛੱਡ ਦਿੱਤਾ। ਇੱਥੇ ਸਾਡਾ ਜਿਹੜਾ ਬੇਸਨ ਆ ਹੁਣ ਅਸੀਂ ਉਹਨੂੰ ਸੈੱਟ ਕਰ ਲਾਂਗੇ ਮੋਲਡ ਦੇ ਵਿੱਚ। ਤੇ ਬੇਸਨ ਨੂੰ ਅਸੀਂ ਐਡ ਕਰ ਲਈ ਮੋਲਡ 'ਚ। ਹੁਣ ਅਸੀਂ ਇਹਨੂੰ ਸੈੱਟ ਕਰ ਲਾਂਗੇ। ਤੁਸੀਂ ਦੇਖ ਸਕਦੇ ਹੋ ਸਾਡਾ ਬੇਸਨ ਕਿੰਨਾ ਸੋਹਣਾ ਬਣਿਆ ਤੇ ਅਸੀਂ ਹੁਣ ਇਸ ਤਰ੍ਹਾਂ ਇਹਨੂੰ ਤੁਸੀਂ ਕਿਸੇ ਚਮਚ ਦੀ ਮਦਦ ਨਾਲ
ਜਾਂ ਹੱਥ ਦੀ ਮਦਦ ਨਾਲ ਵੀ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਸਕਦੇ ਹੋ। ਇੱਥੇ ਸਾਡਾ ਜਿਹੜਾ ਬੇਸਨ ਦੀ ਬਰਫੀ ਹੈ ਉਹ ਸੈੱਟ ਹੋ ਚੁੱਕੀ ਹੈ। ਹੁਣ ਅਸੀਂ ਇਹਨੂੰ ਰੈਸਟ ਦੇਵਾਂਗੇ ਤਕਰੀਬਨ ਪੂਰੀ ਰਾਤ ਵਾਸਤੇ, ਤੇ ਅਸੀਂ ਇਹਨੂੰ ਕਵਰ ਕਰਕੇ ਢੱਕ ਦੇਵਾਂਗੇ। ਹੁਣ ਸਾਡੀ ਜਿਹੜੀ ਬਰਫੀ ਉਹਨੂੰ ਰੱਖੇ ਹੋਏ ਸਾਨੂੰ ਪੂਰੀ ਰਾਤ ਹੋ ਚੁੱਕੀ ਸੀ। ਅਸੀਂ ਹੁਣ ਇਹਨੂੰ ਮੋਲ ਚੋਂ ਕੱਢ ਲਾਂਗੇ। ਤੁਸੀਂ ਵੇਖ ਸਕਦੇ ਹੋ ਸਾਡੀ ਬਰਫੀ ਕਿੰਨੀ ਸੋਹਣੀ ਬਣੀ ਹੈ। ਤੇ ਹੁਣ ਅਸੀਂ ਇਹਦੀ ਕਟਿੰਗ ਕਰ ਲਾਂਗੇ, ਤੇ ਕਟਿੰਗ ਤੁਸੀਂ ਬਿਲਕੁਲ ਹੀ ਆਹਿਸਤਾ ਤੁਸੀਂ ਤਿੱਖੀ ਦੀ ਛੁਰੀ ਦੇ ਨਾਲ ਕਰਨੀ ਹੈ, ਤਾਂ ਕਿ ਜਿਹੜੀ ਤੁਹਾਡੀ ਬਰਫੀ ਹੈ ਉਹ ਟੁੱਟੇ ਨਾ, ਕਿਉਂਕਿ ਬਹੁਤ ਹੀ ਖਸਤਾ ਬਣਦੀ ਹੈ। ਤੁਸੀਂ ਵੇਖ ਸਕਦੇ ਹੋ ਅਸੀਂ ਇਹਦੀ ਕਟਿੰਗ ਜਿਹੜੀ ਆ ਉਹ ਕਰ ਰਹੇ ਹਾਂ। ਤੁਸੀਂ ਆਪਣੀ ਮਰਜ਼ੀ ਦੇ ਨਾਲ ਕਟਿੰਗ ਕਰ ਸਕਦੇ ਹੋ। ਇਹਦਾ ਵੱਡਾ ਸਾਈਜ਼ ਵੀ ਰੱਖ ਸਕਦੇ ਹੋ, ਅਸੀਂ ਦਰਮਿਆਨਾ ਸਾਈਜ਼ ਹੀ ਰੱਖਾਂਗੇ। ਮਾਸ਼ਾਅੱਲਾ ਸਾਡੀ ਜਿਹੜੀ ਬਰਫੀ ਹੈ ਬਹੁਤ ਹੀ ਜ਼ਬਰਦਸਤ ਤਿਆਰ ਹੋਈ ਹੈ। ਤੁਸੀਂ ਬੜੀ ਧਿਆਨ ਦੇ ਨਾਲ ਇਹਦੀ ਕਟਿੰਗ ਕਰਨੀ ਹੈ, ਕਿਉਂਕਿ ਬੜੀ ਖਸਤਾ ਬਣਦੀ ਹੈ। ਮਾਸ਼ਾਅੱਲਾ ਸਾਡੀ ਬਰਫੀ ਦਾ ਜ਼ਾਇਕਾ ਵੀ ਬੜਾ ਮਜ਼ੇਦਾਰ ਬਣਿਆ। ਤੁਸੀਂ ਇਹਨੂੰ ਟਰਾਈ ਕਰਕੇ ਦੇਖਿਓ ਤੇ ਤੁਸੀਂ ਆਪ ਕਹੋਗੇ ਕਿ ਜਿਹੜੀ ਸਾਡੀ ਬਰਫੀ ਦੀ ਰੈਸਪੀ ਹੈ ਬਿਲਕੁਲ ਹੀ ਹਲਵਾਈ ਸਟਾਈਲ ਦੇ ਨਾਲ ਬਣੀ ਹੈ। ਅਸੀਂ ਇਹਦੇ ਵਿੱਚ ਕਿਸੇ ਵੀ ਆਰਟੀਫਿਸ਼ੀਅਲ ਚੀਜ਼ ਦਾ ਇਸਤੇਮਾਲ ਨਹੀਂ ਕੀਤਾ, ਅਸੀਂ ਬਿਲਕੁਲ ਹੀ ਹਲਵਾਈ ਸਟਾਈਲ ਰੈਸਪੀ ਦੇ ਨਾਲ ਤਿਆਰ ਕੀਤੀ ਹੈ। ਉਮੀਦ ਹੈ ਤੁਹਾਨੂੰ ਜਿਹੜੀ ਸਾਡੀ ਇਹ ਰੈਸਪੀ ਹੈ ਪਸੰਦ ਆਈ ਹੋਗੀ। ਅਸੀਂ ਹੁਣ ਇਹਦੀ ਗਾਰਨਿਸ਼ਿੰਗ ਕਰ ਦਿਆਂਗੇ। ਸਾਡੇ ਕੋਲ ਅਵੇਲੇਬਲ ਸਨ ਬਾਦਾਮ, ਤੁਸੀਂ ਕੋਈ ਵੀ ਡਰਾਈ ਫਰੂਟ ਦਾ ਇਸਤੇਮਾਲ ਕਰ ਸਕਦੇ ਹੋ। ਤੇ ਹੁਣ ਅਸੀਂ ਇਹਨੂੰ ਡਿਸ਼ ਆਊਟ ਕਰ ਦਿੱਤਾ ਹੈ। ਮਾਸ਼ਾਅੱਲਾ ਫਾਈਨਲ ਲੁੱਕ ਸਾਡੀ ਬੇਸਨ ਦੀ ਬਰਫੀ ਦੀ। ਤੁਸੀਂ ਵੀ ਇਹਨੂੰ ਘਰ ਤੇ ਟਰਾਈ ਕਰੋ। ਜਿਸ ਤਰ੍ਹਾਂ ਸਰਦੀਆਂ ਨੇ ਤੁਸੀਂ ਵੀ ਇਹਨੂੰ ਘਰ ਤੇ ਬਣਾਓ, ਮਹਿਮਾਨਾਂ ਨੂੰ ਖਿਲਾਓ, ਘਰ ਵਾਲਿਆਂ ਨੂੰ ਖਿਲਾਓ। ਯਕੀਨਨ ਤੁਹਾਨੂੰ ਬਹੁਤ ਮਜ਼ਾ ਆਏਗਾ। ਤੇ ਤੁਸੀਂ ਜਿਹੜੀ ਬਾਹਰੋਂ ਬਰਫੀ ਖਰੀਦਦੇ ਹੋ ਇਹਦੇ ਨਾਲ ਬਹੁਤ ਹੀ ਜ਼ਬਰਦਸਤ, ਬਹੁਤ ਹੀ ਥੋੜੇ ਪੈਸਿਆਂ ਦੇ ਨਾਲ ਤੁਸੀਂ ਘਰ ਵਿੱਚ ਤਿਆਰ ਆਸਾਨੀ ਦੇ ਨਾਲ ਕਰ ਸਕਦੇ ਹੋ। ਉਮੀਦ ਹੈ ਤੁਹਾਨੂੰ ਸਾਡੀ ਰੈਸਪੀ ਪਸੰਦ ਆਈ ਹੋਵੇਗੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।